ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਾਮਨਾ ਕਰਹੀ ਆਪਣਾ, ਫਿਰੈ ਅਵਤਾ ਲੋਏ। ਨਾਨਕ ਨਾਏ ਵਿਸਾਰਿਐ, ਸੁਖ ਕਨੇਹਾ ਹੋਏ। ਮਹੱਲਾ ਪੰਜਵਾਂ। ਬਿਖੈ ਕੌੜਤਣ ਸਗਲ ਮਾਹੀ, ਜਗਤ ਰਹੀ ਲਪਟਾਏ। ਨਾਨਕ ਜਨ ਵਿਚਾਰਿਆ, ਮੀਠਾ ਹਰ ਕਾ ਨਾਉ ਪੌੜੀ। ਇਹ ਨਿਸ਼ਾਨੀ ਸਾਧਕੀ, ਜਿਸ ਭੇਟਤ ਤਰੀਐ। ਜਮ ਕੰਕਰ ਨੇੜ ਨ ਆਵਈ, ਫਿਰ ਬਹੁੜ ਨਾ ਮਰੀਐ। ਭਵ ਸਾਗਰ ਸੰਸਾਰ ਬਿਖ, ਸੋ ਪਾਰ ਉਤਰੀਐ। ਹਰ ਗੁਣ ਗੁੰਫੋ ਮਨ ਮਾਲ, ਹਰ ਸਭ ਮਲ ਪਰ ਹਰੀਐ। ਨਾਨਕ ਪ੍ਰੀਤਮ ਮਿਲ ਰਹੇ, ਪਾਰ ਬ੍ਰਹਮ ਨਰ ਹਰੀਐ। ਨਾਨਕ ਪ੍ਰੀਤਮ ਮਿਲ ਰਹੇ, ਪਾਰ ਬ੍ਰਹਮ ਨਰ ਹਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਨ ਰਾਜ, ਭਾਨਨ ਭਾਨ, ਦੇਵਨ ਦੇਵ, ਉਪਮਾ ਮਹਾਨ, ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਆਸਾ ਕੀ ਵਾਰ ਬਾਣੀ ਦਾ ਕੀਰਤਨ ਆਪ ਜੀ ਸ਼ਰਵਣ ਕਰ ਰਹੇ ਸੀ। ਬਹੁਤ ਹੀ ਆਪ ਜੀ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸੰਗਤ ਵਿੱਚ ਜੁੜਨਾ ਕੀਤਾ ਹੈ। ਸਤਿਗੁਰੂ ਜੀ ਸੰਗਤ ਦੀ ਮਹਿਮਾ ਬਾਣੀ ਵਿੱਚ ਵੀ ਕਰਦੇ ਹਨ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜੋ ਵੀ ਜੀਵ ਸੰਗਤ ਵਿੱਚ ਆਉਂਦਾ ਹੈ, ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਸੰਗਤ ਵਿੱਚ ਆ ਕਰਕੇ ਜੋ ਮਨੁੱਖ ਦੇ ਮਨ ਨੂੰ ਮੈਲ ਲੱਗੀ ਹੈ, ਮਨ ਦੀ ਮੈਲ ਸੰਗਤ ਕਰਕੇ ਧੁੱਪ ਜਾਂਦੀ ਹੈ। ਬਹੁਤ ਹੀ ਆਪਾਂ ਵਡਭਾਗੇ ਹਾਂ ਜੋ ਆਪਣੇ ਮਨ ਦੀ ਮੈਲ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਦੀ ਗੋਦ ਵਿੱਚ ਜੁੜ ਰਹੇ ਹਾਂ, ਜੁੜ ਬੈਠੇ ਹਾਂ। ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਇਹਨਾਂ ਦਾ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਬਾਬਾ ਅਜੀਤ ਸਿੰਘ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਆਪਾਂ ਵੀ ਉਹਨਾਂ ਦੇ ਜੀਵਨ ਤੋਂ ਕੁਝ ਸਿੱਖ ਲਈਏ, ਬਾਬਾ ਅਜੀਤ ਸਿੰਘ ਦੇ ਜੀਵਨ ਤੋਂ ਕੁਝ ਸਿੱਖ ਲਈਏ, ਜਿਨ੍ਹਾਂ ਦਾ ਜਨਮ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ, ਦਾਦਾ ਗੁਰੂ ਤੇਗ ਬਹਾਦਰ ਮਹਾਰਾਜ, ਪੜਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਬਾਬਾ ਅਜੀਤ ਸਿੰਘ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਗੁਰਬਾਣੀ ਨੂੰ ਪੜ੍ਹਿਆ, ਵਿਚਾਰਿਆ। ਆਪਾਂ ਵੀ ਯਤਨ ਕਰਨਾ ਕਿ ਆਪਣੇ ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਜੋੜ ਦਈਏ। ਜਿਵੇਂ ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਨੂੰ ਜੋੜਿਆ,
ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, 4 ਪੋਤਰੇ ਨੇ ਮਾਤਾ ਗੁਜਰੀ ਜੀ ਦੇ। ਸੋ ਚੌਵਾਂ ਨੂੰ ਜੋੜਿਆ। ਪਰ ਅੱਜ ਵਿਰਲੀਆਂ ਮਾਵਾਂ ਹੋਣਗੀਆਂ, ਵਿਰਲੀਆਂ ਦਾਦੀਆਂ ਹੋਣਗੀਆਂ, ਜਿਹੜੀਆਂ ਆਪਣੇ ਪੋਤਿਆਂ ਨੂੰ, ਆਪਣੇ ਬੱਚਿਆਂ ਨੂੰ ਜੋੜ ਰਹੀਆਂ ਨੇ। ਕੋਸ਼ਿਸ਼ ਆਪਾਂ ਨੂੰ ਕਰਨੀ ਪੈਣੀ ਹੈ। ਜਿਵੇਂ ਬਾਬਾ ਫਰੀਦ ਜੀ ਦੀ ਮਾਂ ਨੇ ਜੋੜ ਦਿੱਤਾ, ਬਾਬਾ ਜੀ ਜੁੜ ਗਏ। ਤੇ ਜੇ ਅਸੀਂ ਉਪਰਾਲਾ ਖੁਦ ਨਹੀਂ ਕਰਾਂਗੇ ਤੇ ਬੱਚੇ ਗੁਰੂ ਪਿਆਰਿਓ ਸਿੱਖੀ ਤੋਂ ਖਾਲੀ ਰਹਿ ਜਾਣਗੇ, ਵਾਂਝੇ ਰਹਿ ਜਾਣਗੇ, ਉਹਨਾਂ ਦੇ ਕੋਲ ਸਿੱਖੀ ਨਹੀਂ ਆਵੇਗੀ। ਬਾਬਾ ਅਜੀਤ ਸਿੰਘ ਜਿਨ੍ਹਾਂ ਨੇ ਘੋੜਸਵਾਰੀ, ਬੰਦੂਕ ਚਲਾਉਣੀ, ਤੀਰ ਚਲਾਉਣੇ, ਇਹ ਸ਼ਸਤਰ ਵਿਦਿਆ ਜਿਹੜੀ ਇਹਦੇ ਵਿੱਚ ਵੀ ਮਹਾਰਤ ਹਾਸਲ ਕਰ ਲਈ ਹੈ। ਜਦੋਂ 12 ਸਾਲ ਦੀ ਉਮਰ ਹੋਈ ਹੈ, ਆਨੰਦਪੁਰ ਸਾਹਿਬ ਦੇ ਨੇੜੇ ਪਿੰਡ ਨੂਰ ਪੈਂਦਾ। ਜਦੋਂ ਪੁਠਾਰ ਦੀਆਂ ਸੰਗਤਾਂ ਆਉਂਦੀਆਂ ਨੇ ਤੇ ਇੱਥੋਂ ਦੇ ਜਿਹੜੇ ਰੰਗੜ ਨੇ ਉਹਨਾਂ ਸੰਗਤਾਂ ਨੂੰ ਲੁੱਟ ਲੈਂਦੇ ਨੇ। ਜੋ ਵੀ ਉਹਨਾਂ ਕੋਲ ਧਨ ਹੁੰਦਾ, ਭੇਟਾਵਾਂ ਸਤਿਗੁਰੂ ਨੂੰ ਭੇਟਾ ਕਰਨੀਆਂ ਨੇ, ਉਹ ਨੂਰ ਪਿੰਡ ਜਿਹੜਾ ਹੈ ਉੱਥੋਂ ਦੇ ਰੰਗੜ ਉਹ ਸਭ ਭੇਟਾਵਾਂ ਸੰਗਤਾਂ ਕੋ ਲੁੱਟ ਲੈਂਦੇ ਨੇ, ਖੋਹ ਲੈਂਦੇ ਨੇ। ਜਦੋਂ ਸੰਗਤਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਤਾਂ ਉਹਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭੇਜਿਆ 100 ਸਿੰਘਾਂ ਦੇ ਨਾਲ। 12 ਸਾਲ ਦੀ ਉਮਰ ਹੈ ਤੇ ਨੂਰ ਪਿੰਡ ਦੇ ਜਿਹੜੇ ਰੰਗੜ ਨੇ ਉਹਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਬਣਦੀ ਸਜ਼ਾ ਦਿੱਤੀ ਅਤੇ ਪਹਾੜੀ ਰਾਜੇ ਜਿਨ੍ਹਾਂ ਨੇ ਕਿਲਾ ਤਾਰਾਗੜ੍ਹ ਤੇ ਹਮਲਾ ਕੀਤਾ, ਸਾਹਿਬਜ਼ਾਦਾ ਅਜੀਤ ਸਿੰਘ ਇੱਥੇ ਵੀ ਡਟ ਕੇ ਲੜੇ ਨੇ। ਫਿਰ ਕਿਲਾ ਨਿਰਮੋਹਗੜ੍ਹ ਤੇ ਪਹਾੜੀ ਰਾਜਿਆਂ ਨੇ ਫਿਰ ਹਮਲਾ ਕੀਤਾ ਤੇ ਬਾਬਾ ਅਜੀਤ ਸਿੰਘ ਇੱਥੇ ਵੀ ਸਭ ਤੋਂ ਅੱਗੇ ਹੋ ਕੇ ਬਾਬਾ ਅਜੀਤ ਸਿੰਘ ਨੇ ਯੁੱਧ ਕੀਤਾ, ਅੱਗੇ ਹੋ ਕੇ ਲੜਨਾ ਕੀਤਾ ਤੇ ਕਈ ਪਹਾੜੀ ਹਮਲਾਵਰ ਜਿਹੜੇ ਨੇ ਉਹਨਾਂ ਦੇ ਸਿਰ ਬਾਬਾ ਅਜੀਤ ਸਿੰਘ ਨੇ ਉਤਾਰ ਦਿੱਤੇ ਨੇ। ਇੱਕ ਦੇਵੀਦਾਸ ਬ੍ਰਾਹਮਣ, ਇਸ ਦਾ ਜਿਸ ਦਿਨ ਵਿਆਹ ਹੋਇਆ, ਡੋਲਾ ਲੈ ਕੇ ਜਾ ਰਹੇ ਹਨ ਤੇ ਰਸਤੇ ਦੇ ਵਿੱਚ ਬਸੀ ਕਲਾ ਦਾ ਹਾਕਮ ਜਾਬਰ ਖਾਨ ਨੇ ਦੇਵੀਦਾਸ, ਇਹ ਬ੍ਰਾਹਮਣ, ਇਹਦੀ ਪਤਨੀ ਦਾ ਜਿਹੜਾ ਡੋਲਾ ਸੀ ਉਹ ਖੋਹ ਲਿਆ, ਉਸ ਨੂੰ ਹਥਿਆ ਲਿਆ ਤੇ ਇਹ ਹਾਕਮ ਜਾਬਰ ਖਾਨ ਆਪਣੇ ਮਹਿਲਾਂ ਦੇ ਵਿੱਚ ਦੇਵੀਦਾਸ ਦੀ ਪਤਨੀ ਨੂੰ ਲੈ ਗਿਆ। ਦੇਵੀਦਾਸ ਕਈ ਧਾਰਮਿਕ ਆਗੂਆਂ ਕੋਲ ਗਿਆ ਕਿ ਮੇਰੀ ਸਹਾਇਤਾ ਕੀਤੀ ਜਾਵੇ। ਫਿਰ ਦੇਵੀਦਾਸ ਕਈ ਰਾਜਿਆਂ ਕੋ ਗਿਆ ਕਿ ਮੇਰੀ ਮਦਦ ਕੀਤੀ ਜਾਵੇ, ਪਰ ਕਿਸੇ ਨੇ ਵੀ ਇਸ ਗਰੀਬ ਬ੍ਰਾਹਮਣ ਦੀ, ਦੇਵੀਦਾਸ ਦੀ ਪੁਕਾਰ ਨੂੰ ਸੁਣਿਆ ਨਾ। ਹੁਣ ਇਹ ਆਨੰਦਪੁਰ ਸਾਹਿਬ ਪਹੁੰਚੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਜਾ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਪਾਤਸ਼ਾਹ ਮੇਰਾ ਜਿਸ ਦਿਨ ਵਿਆਹ ਹੋਇਆ ਤੇ ਡੋਲਾ ਲੈ ਕੇ ਆਪਾਂ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਹਾਕਮ ਜਾਬਰ ਖਾਨ, ਜਿਸ ਨੇ ਮੇਰੀ ਪਤਨੀ ਨੂੰ ਹਥਿਆ ਲਿਆ, ਆਪਣੇ ਮਹਿਲਾਂ ਦੇ ਵਿੱਚ ਲੈ ਗਿਆ। ਮੈਂ ਹੋਰ ਵੀ ਕਈ ਥਾਂ ਤੇ ਜਾ ਕੇ ਮਦਦ ਮੰਗੀ ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ।
सतगुरु ने जदों देवीदास ब्राह्मण इन्हें बेनती की, पातशाह ने बाबा अजीत सिंह नूं 200 ਸਿੰਘਾਂ ਦਾ जथा दिता ते 200 ਸਿੰਘਾਂ ਦਾ जथा लैके बाबा अजीत सिंह जी बसी कलां पहुंचे ने इस हाकम जाबर खान कोल। पहला इनू प्यार नाल बेनती की है पर मन्निया नहीं है। जदों हुण मन्निया नहीं है फिर जंग होया, युद्ध होया, ये जख्मी हो गया, इनू बन लिया गया ते जिहड़ा ब्राह्मण देवीदास सी बड़े सत्कार नाल उस दी पत्नी नू उस दे घर भेज दिता है। बाबा अजीत सिंह जी हुण ਸਿੰਘਾਂ ਦੇ नाल गुरुद्वारा शहीदां लद्देवाल महलपुर जो हुशियारपुर दे विच पैंदा है, ਸਿੰਘਾਂ ਦੇ नाल इस जगह ते आए ने ते कई ਸਿੰਘ ਜਿਹੜੇ ਨੇ ਉਹ ਜ਼ਖਮੀ ਹੋਏ ਨੇ ते ਜ਼ਖਮੀ ਸਿੰਘ ਜਿਹੜੇ ਨੇ ਉਹ इस ਸਥਾਨ ਤੇ रात के समय जख्मां की ताब ना झलते हुए शहादतां प्राप्त कर गए ने ते बाबा अजीत सिंह ने सवेर वेले जिन्ने भी शहीद सिंह होए ने उन्हां दा संस्कार गुरुद्वारा शहीदां लद्देवाल महलपुर बाबा अजीत सिंह ने अपने हत्थीं संस्कार किया है। आनंदपुर साहब की धरती ते इत्थे साहब बाबा अजीत सिंह जिन्हां दा जीवन जिहड़ा है इत्थे बतीत होया। आनंदपुर दे लागे लागे जंगां कीतियां ने बाबा अजीत सिंह ने अते बाणी नाल जुड़े ने, शस्त्र चलाउणे, किरपान, तीर, बंदूक, ये सब इत्थे आनंदपुर साहब दे विच ही सिੱਖਿਆ। फिर सरसा नदी ते भी जंग कीता। भाई उदय सिंह जी जो सरसा नदी ते लड़ रहे ने ते बाबा अजीत सिंह वो भी फिर जंग करते ने। फिर भाई जीवन सिंह जी आए ने। फिर बाबा अजीत सिंह जी लड़ते लड़ते घेरे चों निकल गए ने ते सरसा नूं पार करके अपने पिता जी दे नाल रोपड़ पहुंचे ने। कोटला निहंग खान उत्थे भाई बचित्र सिंह जी जो जख्मी हो गए ने ते भाई बचित्र सिंह जी नूं घोड़े ते साथियां दी मदद नाल लैके गए ने कोटला निहंग खान दे घर। उत्थों फिर बाबा जी चमकौर दी धरती ते पहुंचे ने। अज आपां बाबा अजीत सिंह दा जन्म दिहाड़ा मना रहे हैं। यतन करिए अपने बच्चियां नूं भी गुरु गोबिंद सिंह महाराज दे बच्चियां वर्गे बनाइए। उन्हां दे सिरां ते भी केस होण। साडे बच्चियां नूं भी अज बाणी दा पाठ पढ़ना आवे, बाणी दी विचार आवे। गुरु गोबिंद सिंह महाराज पातशाह जिन्हां ने सानू अपने पुत्र कहा, अपनियां धीआं कहा है, सो धीआं भी बणीए पुत्र भी बणीए। धीआं भी गुरसिख बनन ते पुत्र भी गुरसिख बनन। धीआं भी बाणी पढ़न ते पुत्र भी बाणी पढ़न। जिथे अज आपां बाबा अजीत सिंह नूं चेते कर रहे हैं, जन्म दिहाड़ा मना रहे हैं। आपां अपने बच्चियां दा जन्म दिहाड़ा मनाउने आ केक कट के। जिथे गुरु प्यारो केक कटदे आ उत्थे नाल यतन करिए बच्चियां नूं जन्म दिन वाले दिन बाणी नाल भी जोड़ दईए कि पुत्र तू 15-20 मिनट बाणी नूं पढ़ना ते विचारना। पर विरले माता पिता होणगे, जन्मदिन ते आपां सारे मनाउने आ, पर जन्मदिन ते विरली माँ होवेगी जिहड़ी पुੱਤ ਨੂੰ ਅਸੀਸ दवे कि पुत्र तू रोज़ 15-20 मिनट बाणी नूं पढ़े ते विचारे। विरली माँ के मुख चों ये बचन निकले होणगे, विरले पिता के मुख चों ये बचन निकलणगे कि पुੱਤ तू बाणी पढ़े ते विचारे। बाबा जी का जन्म दिहाड़ा अज आपां मना रहे हैं तो यतन करना है, क्योंकि कुछ ना कुछ आपां सीखना है।
ਆਪਣੇ ਸਿੰਘਾਂ ਤੋਂ, ਉਹਨਾਂ ਦੀਆਂ ਸ਼ਹਾਦਤਾਂ ਤੋਂ, ਉਹਨਾਂ ਦੇ ਜੀਵਨ ਤੋਂ ਆਪਾਂ ਆਪਣੇ ਆਪ ਨੂੰ ਬਦਲਣਾ। ਫਿਰ ਹੀ ਗੁਰੂ ਪਿਆਰਿਓ ਮਨਾਏ ਦਿਨ ਸਾਡੇ ਸਫਲ ਹੋਣਗੇ। ਤੇ ਜੇ ਕੁਝ ਸਿੱਖਿਆ ਹੀ ਨਾ ਤੇ ਫਿਰ ਆਪਾਂ ਦਾ ਮਨਾਇਆ ਜਿਹੜਾ ਜਨਮ ਦਿਹਾੜਾ ਹੈ वो आप सफल नहीं मान सकते। हम जब भी तेरे दर पे गए, हाथों में लेकर फूल गए, सब चीज तुम्हारी याद रही, पैगाम तुम्हारा भूल गए। जदों भी गुरु महाराज को आउने आ, कुछ ना कुछ भेटा लैके आउने आ, फुल लैके आउने आ। हम जब भी तेरे दर पे गए, हाथों में लेकर फूल गए, सब चीज तुम्हारी याद रही। सब चीज़ां होर आपां नूं याद रह जांदियां ने, पैगाम तुम्हारा भूल गए, पर जिहड़ा पैगाम आपां नूं इत्थों मिलदा है वो आपां भुल जाने आ। यतन करना है कि पैगाम नूं चेते रखीए। आप संगतां नूं फिर तो बाबा अजीत सिंह तिन्हां दे जन्म दिहाड़े दियां बहुत बहुत वधाइयां। जो अज दा सलोक ते पौड़ी आप जी ने श्रवण कीती है, आओ विचार दे नाल जुड़िए। गुरु अर्जन पातशाह महाराज अखीरली तुक विच समझाउंदे ने, नानक प्रीतम मिल रहे, पार ब्रह्म नर हरियै। जिन्हां मनुखां ने अपने अंदर रब दे गुणां दी माला नूं उण लिया, रब दे गुणां दी माला दे मोती अपने अंदर परो लए, वो परमात्मा दे नाल मिले रहिंदे ने। रब नाल मिलना है, अपने अंदर एक माला परोनी पैनी आपां नूं। वो माला किहड़ी है? निमरता दी, सहनशीलता दी, आपसी प्रेम दी, दया दी। ये माला जो भी प्राणी अपने अंदर बुण लवेगा, गुरु अर्जन पातशाह समझाउंदे ने, कहंदे वो रब नाल मिलिया रहेगा। पर जिहड़े बंदे ने चंगे गुणां दी माला नहीं उणी, वो जीव जिउंदियां ही रब तो विछड़िया रहिंदा है। धन गुरु नानक पातशाह महाराज करतारपुर साहिब की धरती ते ने एक साधुआं दा, ब्राह्मणां दा जत्था उत्थे पहुंचिया। इन्हां ने लंगर छकिया ते गुरु नानक पातशाह महाराज नूं कहण लगे कि सतगुरु जी, तुहाडे इत्थे ते सारे पशु वसदे ने, क्योंकि जदों सिखां नूं खेतीबाड़ी करदियां वेखिया, किसी नूं लकड़ां वड्ढदियां वेखिया, खेतां 'च काम करदियां वेखिया, ते उन्हां ने ये बचन कर दिते कि पातशाह इत्थे ते पशु वसदे ने। ते कहण लगे आपां हुण ठहरना नहीं है इत्थे, आपां अगे रस्ते ते चले जाना है, अगां चले जाना है। गुरु नानक पातशाह महाराज इन्हां ब्राह्मणां नूं, इन्हां साधुआं नूं कहण लगे कि कोई गल नहीं, तुसीं चले जाओ, पर इदां करो 2 दिन रुको, 2 दिन रुक जाओ फिर चले जाओ। ये साधु 2 दिन रुक गए ने। जदों हुण 2 दिन रुके ने ते सिखां नूं वेखदे ने कि इन्हां दा बड़ा आपसी प्यार आ, एक दूजे नाल रल मिल के रहिंदे ने। 2 दिन जदों वेखिया ते 2 दिनां बाद फिर गुरु नानक पातशाह महाराज नूं कहण लगे, पातशाह आपां चले जाना है, रुकना नहीं है, पर साडी कोई एक गलती हुई है। जिहड़ा आपां तुहानूं ये कह दिता है कि इत्थे पशु वसदे ने, जदों आपां वेखिया कि ये अपनी किरत करदे ने, खेतां दे विच मिट्टी नाल मिट्टी हुंदे ने, लकड़ां कटदे ने, सानूं पता लग गया ये पशु नहीं हन, ये मनुख हन। सतगुरु सानूं माफ करियो, आपां पहिलां किहा सी कि ये पशु ने, पर
ਜਦੋਂ ਆਪਾਂ ਇਹਨਾਂ ਦੇ ਹੁਣ ਜੀਵਨ ਨੂੰ ਵੇਖ ਲਿਆ ਤੇ ਸਾਨੂੰ ਮਹਿਸੂਸ ਹੋਇਆ ਕਿ ਇਹ ਮਨੁੱਖ ਨੇ, ਪਰ ਸਾਨੂੰ ਹੁਣ ਆਗਿਆ ਦਿਓ, ਆਪਾਂ ਰੁਕਣਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਭਲਿਓ 2 ਦਿਨ ਹੋਰ ਕੱਢੋ, 2 ਦਿਨ ਹੋਰ ਰੁਕੋ, ਫਿਰ ਚਲੇ ਜਾਇਓ। ਇਹ 2 ਦਿਨ ਹੋਰ ਰੁਕ ਗਏ। ਹੁਣ ਜਦੋਂ ਇਹਨਾਂ ਨੇ 2 ਦਿਨ ਇਹ ਵੇਖਿਆ ਕਿ ਜਿਹੜੇ ਵੀ ਕੰਮ ਕਰਨ ਵਾਲੇ ਨੇ, ਖੇਤੀ ਕਰਨ ਵਾਲੇ ਨੇ, ਉਹ ਸੰਗਤ ਵਿੱਚ ਆਉਂਦੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਰਦੇ ਨੇ, ਧਰਮਸ਼ਾਲਾ ਦੇ ਵਿੱਚ ਆਉਂਦੇ ਨੇ, ਜੁੜਦੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਤੇ ਜਿੰਨੇ ਵੀ ਕਰਤਾਰਪੁਰ ਵਿੱਚ ਰਹਿੰਦੇ ਨੇ ਉਹ ਸੰਗਤ ਵਿੱਚ ਜੁੜ ਕੇ ਤੇ ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ। ਹੁਣ 2 ਦਿਨਾਂ ਬਾਅਦ ਫਿਰ ਇਹ ਸਾਧੂ ਕਹਿਣ ਲੱਗੇ ਕਿ ਪਾਤਸ਼ਾਹ ਸਾਨੂੰ ਖਿਮਾ ਕਰਿਓ, ਆਪਾਂ ਆਪਣੀਆਂ 2 ਪਹਿਲੀਆਂ ਗੱਲਾਂ ਵਾਪਸ ਲੈਨੇ ਆ। ਆਪਾਂ ਪਹਿਲੀ ਗੱਲ ਕਹੀ ਸੀ ਇਹ ਪਸ਼ੂ ਨੇ, ਦੂਜੀ ਗੱਲ ਕਹੀ ਇਹ ਮਨੁੱਖ ਨੇ, ਇਹ ਦੋਵੇਂ ਆਪਾਂ ਵਾਪਸ ਲੈਨੇ ਆ। ਪਾਤਸ਼ਾਹ ਇਹ ਨਾ ਪਸ਼ੂ ਨੇ, ਇਹ ਨਾ ਮਨੁੱਖ ਨੇ, ਇਹ ਤੇ ਦੇਵਤੇ ਨੇ। ਇਹ ਦੇਵਤੇ ਨੇ ਜਿਹੜੇ ਸੰਗਤ ਵਿੱਚ ਆ ਕਰਕੇ ਦੈਵੀ ਗੁਣਾਂ ਨੂੰ ਲੈਂਦੇ ਨੇ। ਤੁਸੀਂ ਇਹਨਾਂ ਨੂੰ ਦੈਵੀ ਗੁਣ ਦੇ ਰਹੇ ਹੋ, ਚੰਗੇ ਗੁਣ ਦੇ ਰਹੇ ਹੋ, ਤੇ ਇਹ ਲੈ ਰਹੇ ਨੇ। ਇਹ ਪਾਤਸ਼ਾਹ ਦੇਵਤੇ ਨੇ, ਪਰ ਸਾਨੂੰ ਹੁਣ ਆਗਿਆ ਦਿਓ, ਆਪਾਂ ਜਾਣਾ ਚਾਹੁੰਦੇ ਆ। ਪਾਤਸ਼ਾਹ ਨੇ ਫਿਰ ਕਹਿਣਾ ਕੀਤਾ ਕਿ 2 ਦਿਨ ਹੋਰ ਰੁਕੋ, ਫਿਰ ਚਲੇ ਜਾਇਓ। ਇਹ 2 ਦਿਨ ਹੋਰ ਰੁਕ ਗਏ। ਜਦੋਂ ਹੁਣ ਜਿਹੜੇ ਵੀ ਸੰਗਤ ਕਰਦੇ ਨੇ ਉਹਨਾਂ ਦੇ ਵਿੱਚ ਜਿਹੜੇ ਦੈਵੀ ਗੁਣ ਨੇ, ਨਿਮਰਤਾ ਹੈ, ਪਿਆਰ ਹੈ, ਰਲ ਮਿਲ ਕੇ ਰਹਿਣਾ ਕਰਦੇ ਨੇ, ਕੋਈ ਕਿਸੇ ਨਾਲ ਈਰਖਾ ਨਹੀਂ ਕਰਦਾ। ਤੇ 2 ਦਿਨਾਂ ਬਾਅਦ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਪਾਤਸ਼ਾਹ ਅਸੀਂ ਪਹਿਲੀਆਂ 3 ਗੱਲਾਂ ਆਪਣੀਆਂ ਵਾਪਸ ਲੈਨੇ ਆ। ਨਾ ਇਹ ਪਸ਼ੂ ਹਨ, ਨਾ ਇਹ ਮਨੁੱਖ ਨੇ, ਨਾ ਇਹ ਦੇਵਤੇ ਨੇ। ਗੁਰੂ ਨਾਨਕ ਪਾਤਸ਼ਾਹ ਇਹ ਤੇ ਰੱਬ ਹੀ ਨੇ। ਤੁਸੀਂ ਇਹਨਾਂ ਨੂੰ ਰੱਬ ਹੀ ਬਣਾ ਰਹੇ ਹੋ, ਤੁਸੀਂ ਇਹਨਾਂ ਨੂੰ ਕਰਤਾਰਪੁਰ ਦੇ ਵਿੱਚ ਕਰਤਾਰੀ ਬਣਾ ਰਹੇ ਹੋ। ਇਹ ਰੱਬ ਵਰਗੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੋਏ। ਜਿੱਦਾਂ ਦਾ ਰੱਬ ਆ, ਜਿਹੜੇ ਗੁਣ ਰੱਬ ਵਿੱਚ ਨੇ ਉਹ ਗੁਣ ਇਹਨਾਂ ਦੇ ਵਿੱਚ ਨੇ, ਤੇ ਤੁਸੀਂ ਇੱਥੇ ਰੱਬ ਹੀ ਬਣਾ ਰਹੇ ਹੋ, ਇਹਨਾਂ ਨੂੰ ਕਰਤਾਰ ਹੀ ਬਣਾ ਰਹੇ ਹੋ। ਸੋ ਕੁਝ ਦਿਨ ਉਹਨਾਂ ਨੇ ਸੰਗਤ ਕੀਤੀ ਤੇ ਪਤਾ ਲੱਗ ਗਿਆ ਉਹਨਾਂ ਨੂੰ ਜੀਵਨ ਦਾ। ਇਸੇ ਤਰੀਕੇ ਦੇ ਨਾਲ ਆਪਾਂ ਵੀ ਜੇ ਕਰਤਾਰ ਦੇ ਨਾਲ ਜੁੜਨਾ ਤੇ ਕਰਤਾਰਪੁਰ ਵਿੱਚ ਹੀ ਇੱਕ ਭਾਈ ਦੋਧਾ ਵੀ ਗੁਰੂ ਪਾਤਸ਼ਾਹ ਦੇ ਕੋਲ ਪਹੁੰਚਿਆ। ਤੇ ਭਾਈ ਦੋਧੇ ਦੀ ਜਿਹੜੀ ਪਤਨੀ ਹੈ ਨਾ, ਉਹ ਰੋਜ਼ਾਨਾ ਹੀ ਸਤਿਗੁਰਾਂ ਨੂੰ ਤੇ ਭਾਈ ਮਰਦਾਨੇ ਜੀ ਨੂੰ ਦੁੱਧ ਛਕਾਇਆ ਕਰਦੀ ਸੀ। ਇੱਕ ਦਿਨ ਭਾਈ ਦੋਧਾ ਪਹੁੰਚਿਆ, ਸਤਿਗੁਰੂ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਕਈ ਦਿਨਾਂ ਤੋਂ ਤੁਸੀਂ ਦੁੱਧ ਛਕ ਰਹੇ ਹੋ ਨਾ, ਉਹ ਮੇਰੀ ਮੱਝ ਦਾ ਦੁੱਧ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਦੋਧਿਆ ਤੂੰ ਮੱਝ ਕਿੱਥੋਂ ਲਿਆਂਦੀ? ਕਹਿਣ ਲੱਗਾ, ਮੈਂ ਫਸਲ ਬੀਜੀ ਜ਼ਮੀਨ ਦੇ ਵਿੱਚ, ਫਸਲ ਨੂੰ ਕੱਟਿਆ, ਮੰਡੀ ਚੋਂ ਮੈਨੂੰ ਪੈਸੇ ਮਿਲੇ, ਮੈਂ ਮੱਝ ਲਿਆਂਦੀ। ਤੇ ਪਾਤਸ਼ਾਹ ਕਹਿੰਦੇ ਜ਼ਮੀਨ ਕਿੱਥੋਂ ਆਈ? ਕਹਿਣ ਲੱਗਾ, ਉਹ ਤੇ ਕਰਤਾਰ ਨੇ ਦਿੱਤੀ ਹੈ, ਉਹ ਤੇ ਰੱਬ ਨੇ ਦਿੱਤੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਦੋਧਿਆ ਫਿਰ ਤੂੰ ਇਹ ਕੋ ਮੇਰੀ ਕਿਉਂ ਕਰ ਰਿਹਾ, ਮੇਰੀ ਮੱਝ ਦਾ ਦੁੱਧ? ਕਹਿੰਦੇ ਤੂੰ ਕਰਤਾਰ ਕਰਤਾਰ ਕਰਿਆ ਕਰ। ਕਰ ਦਾ ਮਤਲਬ ਹੁੰਦਾ ਹੱਥ, ਤਾਰ ਦਾ ਮਤਲਬ ਹੁੰਦਾ ਡੋਰ। ਜਿਹੜੇ ਰੱਬ ਦੇ ਹੱਥ ਵਿੱਚ ਸਾਡੀ ਸਾਰਿਆਂ ਦੀ ਡੋਰ ਆ, ਉਹਦਾ ਨਾਂ ਜਪਿਆ ਕਰ, ਕਰਤਾਰ ਕਰਤਾਰ ਕਰਿਆ ਕਰ, ਮੇਰੀ ਨਾ ਕਰਿਆ ਕਰ। ਸੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਇੱਥੇ ਵੀ ਸਮਝਾ ਰਹੇ ਨੇ ਕਿ ਜੇ ਤੂੰ ਕਰਤਾਰ ਨੂੰ ਮਿਲਣਾ ਤੇ ਤੈਨੂੰ ਇੱਕ ਮਾਲਾ ਜਿਹੜੀ ਹੈ ਚੰਗੇ ਗੁਣਾਂ ਦੀ ਮਾਲਾ ਆਪਣੇ ਅੰਦਰ ਬਣਾਉਣੀ ਪਵੇਗੀ ਤੇ ਤੇਰਾ ਕਰਤਾਰ ਨਾਲ ਮਿਲਾਪ ਹੋ ਜਾਵੇਗਾ। ਸਤਿਗੁਰੂ ਸਮਝਾ ਰਹੇ ਹਨ, ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ। ਨਰ ਹਰੀਏ ਕਰਤਾਰ, ਉਹ ਕਰਤਾਰ ਜਿਹੜਾ ਹੈ ਉਹਦੇ ਨਾਲ ਜੀਵ ਮਿਲ ਪੈਂਦਾ।
पर जीव ने की कीता है। गुरु अर्जन पातशाह पहले श्लोक च समझाउंदे ने, कहंदे ने इन्हें अपने अंदर रब दे नाम दी माला नूं बनाया नहीं, चंगे गुणां दी माला नूं इन्हें बनाया नहीं। श्लोक महला पंजवां, काम ना करही अपना फिरै अवता लोए, नानक नाए विसारिਐ सुख कनेहा होए। रब ने दुनिया ते मनुख नूं भेजिया सी चंगे गुणां नूं इकट्ठा करन वास्ते, पर हौमे दे करके मनुख ने की कीता, अपना काम नहीं कीता। दुनिया ते आके ਜਿਹੜੇ ਕੰਮ ਵਾਸਤੇ ਆਪਾਂ ਆਏ ਸੀ ਚੰਗੇ ਬਣਨ ਵਾਸਤੇ, ਤੇ ਚੰਗਾ ਤਾਂ ਹੀ ਬੰਦਾ ਬਣ ਸਕਦਾ ਜੇ ਉਹਦੇ 'ਚ ਚੰਗੇ ਗੁਣ ਹੋਣਗੇ, ਤੇ ਜੇ ਚੰਗੇ ਗੁਣ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਤੂੰ ਆਪ ਹੁਦਰਾ ਫਿਰ ਰਿਹਾ, ਤੂੰ ਦੁਨੀਆ ਤੇ ਸ਼ੈਤਾਨਾਂ ਵਾਂਗੂ ਫਿਰ ਰਿਹਾ ਜਿਵੇਂ ਸ਼ੈਤਾਨ ਫਿਰਦੇ ਨੇ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਬਾਣੀ 'ਚ ਸਮਝਾਉਂਦੇ ਨੇ, ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਕਹਿੰਦੇ ਨੇ ਮਨੁੱਖ ਨੇ ਇਸ ਸਰੀਰ ਨੂੰ ਸਮਝ ਲਿਆ ਕਿ ਮੈਂ ਦੁਨੀਆ ਤੇ ਹਮੇਸ਼ਾ ਰਹਿਣਾ, ਜਿਸ ਕਰਕੇ ਇਹ ਪਾਗਲ ਹੋ ਗਿਆ। ਜਿਹੜਾ ਬੰਦਾ ਸਮਝਦਾ ਹੈ ਨਾ ਮੈਂ ਇੱਥੇ ਹਮੇਸ਼ਾ ਹੀ ਰਹਿਣਾ, ਉਹ ਪਾਗਲ ਹੋ ਜਾਂਦਾ ਹੈ। ਸਤਿਗੁਰੂ ਕਿੱਦਾਂ ਪਾਗਲ ਹੋ ਜਾਂਦਾ ਹੈ? ਪਾਤਸ਼ਾਹ ਕਹਿੰਦੇ ਉਹ ਕਾਮ ਦੇ ਨਸ਼ੇ 'ਚ ਰਹਿੰਦਾ, ਉਹ ਗੁੱਸੇ ਵਿੱਚ ਰਹਿੰਦਾ, ਉਹ ਹੰਕਾਰ 'ਚ ਰਹਿੰਦਾ। ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਦੋਂ ਜੰਮਾਂ ਦਾ ਸੋਟਾ ਇਹਦੇ ਸਿਰ ਤੇ ਵੱਜਦਾ ਹੈ ਨਾ, ਜੰਮਾਂ ਦੀ ਗੱਲ ਅੱਗੇ ਗੁਰੂ ਪਾਤਸ਼ਾਹ ਨੇ ਪੌੜੀ 'ਚ ਕਰਨੀ ਹੈ। ਜੰਮ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ। ਇਹ ਪੰਜਾਂ ਜੰਮਾਂ ਦਾ ਜਦੋਂ ਸੋਟਾ ਬੰਦੇ ਦੇ ਮਨ ਤੇ ਵੱਜਦਾ ਫਿਰ ਬੰਦਾ ਪਛਤਾਉਂਦਾ ਹੈ। ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਸਭ ਕਹਿੰਦੇ ਨੇ ਗੁਰੂ ਦੀ ਸਿੱਖਿਆ ਤੋਂ ਬਿਨਾਂ ਮਨੁੱਖ ਦੁਨੀਆ ਤੇ ਸ਼ੈਤਾਨਾਂ ਦੇ ਵਾਂਗ ਫਿਰਦਾ ਹੈ। ਪਾਤਸ਼ਾਹ ਇੱਥੇ ਵੀ ਸਮਝਾ ਰਹੇ ਨੇ ਕਿ ਜਿਹੜਾ ਕੰਮ ਤੂੰ ਦੁਨੀਆ ਤੇ ਕਰਨ ਵਾਸਤੇ ਆਇਆ ਸੀ, ਤੂੰ ਆਪਣਾ ਕੰਮ ਕਰ ਨਹੀਂ ਰਿਹਾ ਤੇ ਸ਼ੈਤਾਨਾਂ ਵਾਂਗੂ ਦੁਨੀਆ ਦੇ ਵਿੱਚ ਫਿਰ ਰਿਹਾ। ਕਾਮ ਨਾ ਕਰਹੀ ਆਪਣਾ ਫਿਰੈ ਅਵਤਾ ਲੋਏ, ਰੱਬ ਦੇ ਨਾਮ ਨੂੰ ਤੂੰ ਭੁਲਾਇਆ ਹੈ, ਤੇ ਰੱਬ ਦੇ ਨਾਮ ਤੋਂ ਬਿਨਾਂ ਕਹਿੰਦੇ ਤੈਨੂੰ ਸੁੱਖ ਨਹੀਂ ਮਿਲ ਸਕਦਾ। ਹਰੇਕ ਬੰਦਾ ਅੱਜ ਚਾਹੁੰਦਾ ਮੈਂ ਸੁਖੀ ਹੋ ਜਾਵਾਂ, ਅੰਦਰੋਂ ਮੇਰੀ ਚਿੰਤਾ ਮੁੱਕ ਜਾਵੇ, ਮੇਰੇ ਫਿਕਰ ਮੁੱਕ ਜਾਣ, ਮੇਰੇ ਦੁੱਖ ਮੁੱਕ ਜਾਣ, ਮੇਰੇ ਝਗੜੇ ਮੁੱਕ ਜਾਣ। ਪਰ ਪਾਤਸ਼ਾਹ ਕਹਿੰਦੇ ਨੇ ਨਾਮ ਤੇ ਤੇਰੇ ਕੋਲ ਹੈ ਹੀ ਨਹੀਂ ਹੈ, ਚੰਗੇ ਗੁਣ ਤੇ ਤੇਰੇ ਵਿੱਚ ਹੈ ਹੀ ਨਹੀਂ ਨੇ, ਤੇ ਤੂੰ ਫਿਰ ਅੰਦਰੋਂ ਸੁਖੀ ਨਹੀਂ ਹੋ ਸਕਦਾ। ਕਿਉਂਕਿ ਜੋ ਤੂੰ ਦਿਨੇ ਆਂਢੀਆਂ ਗਵਾਂਢੀਆਂ ਬਾਰੇ ਸੋਚਦਾ ਹੈ ਨਾ, ਉਹ ਰਾਤ ਨੂੰ ਤੈਨੂੰ ਫਿਰ ਉਹੀ ਆਂਢੀ ਗਵਾਂਢੀ ਤੇਰੇ ਅੰਦਰ ਆਉਂਦੇ ਨੇ ਤੇ ਤੈਨੂੰ ਸੌਣ ਨਹੀਂ ਦਿੰਦੇ। ਜਦੋਂ ਤੂੰ ਆਂਢੀਆਂ ਗਵਾਂਢੀਆਂ ਵੱਲ ਵੇਖ ਕੇ ਸੜ ਜਾਂਦਾ ਕਿ ਫਲਾਣੇ ਨੇ ਆਹ ਕੰਮ ਕਰ ਲਿਆ, ਉਹ ਮੇਰੇ ਤੋਂ ਅੱਗੇ ਲੰਘ ਗਿਆ ਤੇ ਮੈਂ ਉਹਦੇ ਤੋਂ ਪਿੱਛੇ ਰਹਿ ਗਿਆ। ਜਦੋਂ ਦਿਨ ਵੇਲੇ ਇੱਦਾਂ ਤੂੰ ਸੋਚਦਾ ਰਹਿਣਾ ਤੇ ਰਾਤ ਨੂੰ ਵੀ ਇਹੀ ਵਿਚਾਰਾਂ ਤੇਰੇ ਅੰਦਰ ਆਉਂਦੀਆਂ ਨੇ, ਤੇ ਫਿਰ ਬੰਦੇ ਨੂੰ ਨੀਂਦ ਨਹੀਂ ਆਉਂਦੀ। ਸਤਿਗੁਰੂ ਜੀ ਸਮਝਾ ਰਹੇ ਨੇ ਨਾਮ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਮਿਲ ਸਕਦਾ, ਚੰਗੇ ਗੁਣਾਂ ਤੋਂ ਬਿਨਾਂ। ਨਾਨਕ ਨਾਏ ਵਿਸਾਰਿਐ ਸੁਖ ਕਨੇਹਾ ਹੋਏ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਜੇ ਕੋਈ ਮਨੁੱਖ ਬਹੁਤਾ ਧਨ ਕਮਾ ਲਵੇ ਤੇ ਧਨ ਕਮਾ ਕੇ ਵੀ ਬੰਦਾ ਸੁਖੀ ਨਹੀਂ ਹੁੰਦਾ। ਜਿਨ੍ਹਾਂ ਕੋਲ ਧਨ ਹੈ ਉਹ ਵੇਖਣ ਆਪਣੇ ਅੰਦਰ ਕਿ ਸੁਖੀ ਨੇ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਨਾਚ ਗਾਣੇ ਵੇਖ ਲੈਣੇ, ਇਹਨਾਂ ਦੇ ਵਿੱਚੋਂ ਵੀ ਬੰਦੇ ਨੂੰ ਸੁੱਖ ਨਹੀਂ ਮਿਲਦਾ। ਇਸ ਦੇਸ਼ ਨੂੰ ਛੱਡ ਕੇ ਵਿਦੇਸ਼ਾਂ 'ਚ ਚਲੇ ਜਾਣਾ, ਅਮਰੀਕਾ ਕੈਨੇਡਾ ਇਟਲੀ ਹੋਰ ਕਈ ਦੇਸ਼ਾਂ 'ਚ ਚਲੇ ਜਾਣਾ ਕਿ ਉੱਥੇ ਜਾ ਕੇ ਮੈਨੂੰ ਸੁੱਖ ਮਿਲੇਗਾ। ਪਾਤਸ਼ਾਹ ਕਹਿੰਦੇ ਨੇ ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸੁੱਖ ਤੈਨੂੰ ਤਾਂ ਮਿਲਣਾ ਭਾਵੇਂ ਇਟਲੀ ਚਲਿਆ ਜਾ, ਅਮਰੀਕਾ ਚਲਿਆ ਜਾ, ਕੈਨੇਡਾ ਚਲਿਆ ਜਾ,
ਜੇ ਤੇਰੇ ਵਿੱਚ ਗੁਣ ਹੋਣਗੇ ਤੇ ਤੂੰ ਇਟਲੀ ਵਿੱਚ ਵੀ ਸੁਖੀ ਹੋਵੇਂਗਾ, ਅਮਰੀਕਾ ਵਿੱਚ ਵੀ, ਕੈਨੇਡਾ ਵਿੱਚ ਵੀ ਸੁਖੀ ਹੋਵੇਂਗਾ। ਪਰ ਜੇ ਤੇਰੇ 'ਚ ਗੁਣ ਨਹੀਂ ਤੇ ਜਿੱਥੇ ਮਰਜ਼ੀ ਚਲਿਆ ਜਾ। ਪਾਤਸ਼ਾਹ ਕਹਿੰਦੇ ਨੇ ਸੁਖ ਕਨੇਹਾ ਹੋਏ, ਕਹਿੰਦੇ ਤੈਨੂੰ ਸੁੱਖ ਨਹੀਂ ਮਿਲ ਸਕਦਾ। ਸਤਿਗੁਰੂ ਅਗਲੇ ਸ਼ਲੋਕ ਸਮਝਾਉਂਦੇ ਨੇ, ਮਹੱਲਾ ਪੰਜਵਾਂ। ਵਿਖੇ ਕੁੜੱਤਣ ਸਗਲ ਮਾਹੇ, ਜਗਤ ਰਹੀ ਲਪਟਾਏ। ਨਾਨਕ ਜਨ ਵਿਚਾਰਿਆ, ਮੀਠਾ ਹਰ ਕਾ ਨਾਉ। ਸਹਿਬ ਸਮਝਾਉਂਦੇ ਨੇ ਜਿਹੜੀ ਮਾਇਆ ਦੀ ਜ਼ਹਿਰ ਹੈ, ਇਹ ਸਾਰੇ ਜਗਤ ਨੂੰ ਵਿਆਪ ਰਹੀ ਹੈ। ਸਾਰਾ ਜਗਤ ਮਾਇਆ ਦੀ ਜ਼ਹਿਰ ਵਿੱਚ ਫਸਿਆ ਹੋਇਆ ਹੈ। ਮਾਇਆ ਦੀ ਜ਼ਹਿਰ ਸਾਰੇ ਜਗਤ ਨੂੰ ਚੰਬੜੀ ਹੋਈ ਹੈ। ਹੁਣ ਮਾਇਆ ਕਿਹਨੂੰ ਕਹਿੰਦੇ ਨੇ? ਸਾਡਾ ਖਿਆਲ ਸਿੱਧਾ ਪੈਸਿਆਂ ਵੱਲ ਜਾਂਦਾ ਹੈ ਕਿ ਪੈਸੇ ਨੂੰ ਮਾਇਆ ਕਿਹਾ ਹੈ। ਸਤਿਗੁਰੂ ਦੀ ਬਾਣੀ ਨੇ ਅਵਗੁਣਾਂ ਨੂੰ ਮਾਇਆ ਕਿਹਾ ਹੈ, ਜਿਹੜੇ ਆਪਾਂ ਆਪਣੇ ਅੰਦਰ ਇਕੱਠੇ ਕਰਕੇ ਬੈਠੇ ਆ, ਇਹ ਮਾਇਆ ਹੈ। ਪਾਤਸ਼ਾਹ ਕਹਿੰਦੇ ਸਾਰਾ ਜਗਤ ਅਵਗੁਣਾਂ ਦੀ ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਸਭ ਨੂੰ ਅਵਗੁਣਾਂ ਦੀ ਮਾਇਆ ਚੰਬੜੀ ਹੋਈ ਹੈ। ਜਿਵੇਂ ਮੱਖੀ ਜਿਹੜੀ ਹੈ ਨਾ, ਉਹ ਗੁੜ ਦੇ ਉੱਤੇ ਮਰ ਜਾਂਦੀ ਹੈ, ਮੱਖੀ ਮਿੱਠੇ ਮਰਨਾ। ਇਸੇ ਤਰੀਕੇ ਨਾਲ ਜਿਹੜਾ ਬੰਦਾ ਅਵਗੁਣਾਂ ਦੀ ਮਾਇਆ 'ਚ ਫਸਿਆ, ਉਹ ਗੁਰੂ ਪਿਆਰਿਓ ਜਿਉਂਦਾ ਨਹੀਂ ਹੋ ਸਕਦਾ। ਉਹ ਅਵਗੁਣਾਂ ਵਿੱਚ ਹੀ ਸਾਰੀ ਉਮਰ ਬਤੀਤ ਕਰਕੇ ਚਲਿਆ ਜਾਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਗੁਰੂ ਦੇ ਹੁਕਮ ਨੂੰ ਮੰਨੇਗਾ ਤੇ ਤੂੰ ਵਿਰਲਾ ਬਣ ਜਾਵੇਂਗਾ ਤੇ ਇਸ ਮਾਇਆ ਦੇ ਚੱਕਰ ਚੋਂ ਨਿਕਲ ਜਾਵੇਂਗਾ, ਅਵਗੁਣਾਂ ਦੀ ਮਾਇਆ ਚੋਂ। ਕਿਉਂਕਿ ਜਿਹੜੀ ਦੂਜੀ ਮਾਇਆ, ਇਹਦੀ ਆਪਾਂ ਨੂੰ ਸਾਰਿਆਂ ਨੂੰ ਲੋੜ ਹੈ। ਆਪਾਂ ਕਿਰਤ ਕਰਨੀ ਹੈ, ਕੰਮ ਕਰਨਾ ਹੈ, ਤੇ ਮਾਇਆ ਜਿੰਨੀ ਕਮਾਈ ਜਾਂਦੀ ਆਪਾਂ ਕਮਾਉਣੀ ਹੈ। 10 ਦੀ ਕਿਰਤ ਕਰਕੇ, ਕਿਸੇ ਨਾਲ ਧੋਖਾ ਬੇਈਮਾਨੀ ਕਰਕੇ ਜੇ ਆਪਾਂ ਮਾਇਆ ਕਮਾਵਾਂਗੇ, ਫਿਰ ਆਪਾਂ ਸੱਪ ਦੀ ਜੂਨ 'ਚ। ਇਸੇ ਸਰੀਰ 'ਚ ਹੀ ਉਹ ਬੰਦਾ ਸੱਪ ਦੀ ਜੂਨ 'ਚ ਹੈ, ਜਿਹੜਾ ਧੋਖਾ ਕਰਦਾ, ਕਿਸੇ ਨਾਲ ਬੇਈਮਾਨੀ ਕਰਦਾ ਤੇ ਮਾਇਆ ਕਮਾਉਂਦਾ। ਉਹਨੂੰ ਪਾਤਸ਼ਾਹ ਨੇ ਸੱਪ ਕਿਹਾ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬੜਾ ਪਿਆਰਾ ਸਮਝਾਉਣਾ ਕੀਤਾ। ਹੇ ਭਾਈ, ਇਹ ਮਾਇਆ ਨੂੰ ਛੱਡ ਦੇ। ਇਹ ਮਾਇਆ ਨੇ ਤੇਰਾ ਸਾਥ ਨਹੀਂ ਦੇਣਾ, ਅਵਗੁਣਾਂ ਨੇ ਤੇਰਾ ਸਾਥ ਨਹੀਂ ਦੇਣਾ। ਮੇਰੀ ਗੱਲ ਨੂੰ ਮੰਨ ਲਾ ਤੇ ਤੇਰਾ ਜੀਵਨ ਸਫਲ ਹੋ ਜਾਵੇਗਾ। ਆਓ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਰਲ ਮਿਲ ਕੇ ਪੜ੍ਹੀਏ। ਜਿਹੜੀ ਅੰਦਰ ਮਾਇਆ ਇਕੱਠੀ ਕਰਕੇ ਬੈਠੇ ਆ, ਉਹਦੇ ਵੱਲ ਖਿਆਲ ਕਰੀਏ। ਮਾਇਆ ਸਾਥ ਨਾ ਹੋਏ ਬਾਬਾ, ਮਾਇਆ ਸਾਥ ਨਾ ਹੋਏ। ਮਾਇਆ ਇਨ ਮਾਇਆ ਜਗ ਮੋਹਿਆ, ਇਨ ਮਾਇਆ ਜਗ ਮੋਹਿਆ। ਵਿਰਲਾ ਬੂਝੈ ਕੋਏ, ਵਿਰਲਾ ਬੂਝੈ ਕੋਏ। ਮਾਇਆ ਸਾਥ ਨਾ ਹੋਏ ਬਾਬਾ, ਮਾਇਆ ਸਾਥ ਨਾ ਹੋਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੀ ਅੰਦਰ ਮਾਇਆ ਇਕੱਠੀ ਕੀਤੀ ਹੋ ਨਾ, ਇਹਨੇ ਤੇਰੀ ਮਦਦ ਨਹੀਂ ਕਰਨੀ। ਇੱਥੇ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ, ਵਿਖੇ ਕੁੜੱਤਣ ਸਗਲ ਮਾਹੇ, ਜਗਤ ਰਹੀ ਲਪਟਾਏ। ਨਾਨਕ ਜਨ ਵਿਚਾਰਿਆ, ਮੀਠਾ ਹਰ ਕਾ ਨਾਉ। ਹੇ ਨਾਨਕ, ਜਿਹੜੇ ਤੇਰੇ ਸੇਵਕ ਨੇ, ਉਹਨਾਂ ਨੇ ਵਿਚਾਰਿਆ ਕਿ ਰੱਬ ਦਾ ਨਾਮ ਮਿੱਠਾ ਹੈ। ਉਹਨਾਂ ਨੇ ਚੰਗੇ ਗੁਣਾਂ ਨੂੰ ਮਿੱਠਾ ਕਰਕੇ ਮੰਨਿਆ ਤੇ ਜਿਹੜੀ ਅਵਗੁਣਾਂ ਦੀ ਮਾਇਆ ਉਹਨੂੰ ਕੌੜਾ ਕਰਕੇ ਮੰਨਿਆ। ਪਰ ਆਪਾਂ ਕੀ ਕੀਤਾ? ਅਵਗੁਣ ਬੰਦੇ ਨੂੰ ਮਿੱਠੇ ਲੱਗਦੇ ਨੇ ਤੇ ਚੰਗੇ ਗੁਣ ਆਪਾਂ ਨੂੰ ਕੌੜੇ ਲੱਗਦੇ ਨੇ। ਜਿੱਥੇ ਸਾਡੀ ਗੱਲ ਨਹੀਂ ਨਾ ਮੰਨੀ ਜਾਂਦੀ, ਬੰਦਾ ਉੱਥੇ ਹੀ ਦੁਖੀ ਹੋ ਜਾਂਦਾ ਅੰਦਰੋਂ ਕਿ ਮੇਰੀ ਗੱਲ ਕਿਉਂ ਨਹੀਂ ਮੰਨੀ ਗਈ। ਉਸੇ ਵੇਲੇ ਅੰਦਰੋਂ ਹੀ ਅੰਦਰੋਂ ਆਪਾਂ ਅਗਲੇ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਆ। ਜਿੱਥੇ ਤੇ ਸਾਡੀ ਗੱਲ ਮੰਨੀ ਜਾਂਦੀ ਹੈ, ਉੱਥੇ ਬੰਦਾ ਕਹਿੰਦਾ ਇਹ ਬੰਦੇ ਬੜੇ ਚੰਗੇ ਨੇ, ਇਹ ਬੜੇ ਭਲੇ ਨੇ। ਜਿੱਥੇ ਬੰਦੇ ਦੀ ਗੱਲ ਨਹੀਂ ਮੰਨੀ ਜਾਂਦੀ, ਉੱਥੇ ਬੰਦਾ ਆਪਣੇ ਅੰਦਰੋਂ ਇਹ ਗੱਲ ਨਹੀਂ ਕਹਿੰਦਾ ਕਿ ਇਹ ਬੰਦੇ ਚੰਗੇ ਨੇ, ਭਲੇ ਨੇ।
ਉੱਥੇ ਅੰਦਰੋਂ ਹੀ ਅੰਦਰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦਾ ਹੈ, ਰੱਬਾ ਇਹਨਾਂ ਨੂੰ ਤੂੰ ਦੁਨੀਆ ਤੋਂ ਹੀ ਲੈ ਜਾ, ਇਹ ਇੱਥੇ ਰਹਿਣੇ ਨਹੀਂ ਚਾਹੀਦੇ, ਜਿੰਨੀ ਛੇਤੀ ਹੋਵੇ ਇਹਨਾਂ ਨੂੰ ਆਪਣੇ ਕੋਲ ਬੁਲਾ। ਇੱਦਾਂ ਦੀਆਂ ਅੰਦਰੋਂ ਫਿਰ ਬੰਦਾ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਪਰ ਜਿਹੜਾ ਜੀਵ ਰੱਬ ਦੇ ਨਾਮ ਨੂੰ ਮਿੱਠਾ ਕਰਕੇ ਮੰਨਦਾ ਹੈ, ਜੇ ਕਿਤੇ ਉਹਦੀ ਗੱਲ ਨਹੀਂ ਵੀ ਮੰਨੀ ਜਾਂਦੀ, ਫਿਰ ਵੀ ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਨਾਨਕ ਜਨ ਵਿਚਾਰਿਆ, ਮੀਠਾ ਹਰ ਕਾ ਨਾਉ। ਜਿਹੜੇ ਰੱਬ ਦੇ ਸੇਵਕ ਨੇ ਉਹਨਾਂ ਨੇ ਵਿਚਾਰ ਕੀਤੀ ਹੈ ਕਿ ਰੱਬ ਦਾ ਨਾਮ, ਚੰਗੇ ਗੁਣਾਂ ਦਾ ਨਾਮ ਜਿਹੜਾ ਹੈ ਉਹ ਮਿੱਠਾ ਹੈ। ਇਹ ਕਿਵੇਂ ਮਿਲਣਾ ਹੈ? ਸਤਿਗੁਰੂ ਪੌੜੀ 'ਚ ਸਮਝਾਉਂਦੇ ਨੇ, ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਏ। ਕਹਿੰਦੇ ਨੇ ਗੁਰੂ ਨੂੰ ਮਿਲ ਕੇ